ਵਾਹਿਗੁਰੂ 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਓ ਲਿਖੈ ਸਾਹ ਲਵਾਈਐ ਪੜ੍ਹੇ ਕੇ ਪੁੱਛਣ ਜਾਓ। ਗੁਰੂ ਸਾਹਿਬ ਕਹਿੰਦੇ ਆ ਵੀ ਇਹਦੇ ਵਾਸਤੇ ਕਿਸੇ ਸਿਆਣੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਪੜ੍ਹੇ ਕਿ ਪੁੱਛਣ ਜਾਓ। ਪੜ੍ਹੇ ਲਿਖੇ ਨੂੰ, ਸਿਆਣੇ ਨੂੰ, ਕਿਸੇ ਗਿਆਨਵਾਨ ਨੂੰ, ਵਿਦਵਾਨ ਨੂੰ ਪੁੱਛਣ ਦੀ ਲੋੜ ਨਹੀਂ ਹੈ। ਇਹ ਸਾਰਾ ਕੁਝ ਲਿਖੇ ਵਿੱਚ ਹੀ ਹੈ। ਸਾਹ ਜਿਹੜੇ ਨੇ ਆਪਾਂ ਜੋ ਲੈ ਰਹੇ ਹਾਂ, ਇਹ ਸਭ ਪਹਿਲੇ ਲਿਖਿਆ ਹੋਇਆ। ਇੱਕ ਜਗ੍ਹਾ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਜਿਹੜਾ ਇਸ ਸੰਸਾਰ ਵਿੱਚ ਆਇਆ ਹੈ ਉਹ ਆਪਣਾ ਅੰਤ ਲਿਖਵਾ ਕੇ ਆਇਆ। ਸਰੀਰ ਸਾਰੇ ਸਵਾਸ ਜਿੰਨੇ ਵੀ ਆਪਾਂ ਲੈਣੇ ਨੇ ਇਹ ਸਭ ਲਿਖੇ ਹੋਏ ਪਹਿਲੇ। ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਓ ਲਿਖੈ ਸਾਹ ਲਵਾਈਐ ਪੜ੍ਹੇ ਕੇ ਪੁੱਛਣ ਜਾਓ। ਧੰਨ ਗੁਰੂ ਨਾਨਕ ਸਾਹਿਬ ਦੇਖੋ ਕਿੰਨੀ ਤਰ੍ਹਾਂ ਸਾਨੂੰ ਸਮਝਾਉਂਦੇ, ਕਿੰਨਾ ਖੋਲ ਕੇ ਸਾਨੂੰ ਦੱਸ ਰਹੇ ਵੀ ਹਰ ਚੀਜ਼ ਲੇਖੇ ਵਿੱਚ ਹੈ ਭਾਈ। ਹਰ ਚੀਜ਼ ਗਿਣਤੀ ਵਿੱਚ ਹੈ ਤੇ ਇੱਕ ਸਮੇਂ ਬਾਅਦ ਇਹ ਮੁੱਕ ਜਾਣੀ ਹੈ। ਇੱਕ ਸ਼ਬਦ ਵਿੱਚ ਕਹਿੰਦੇ ਲੇਖਾ ਰੱਬ ਮੰਗੇਸੀਆ। ਰੱਬ ਵੀ ਤੇਰੇ ਕੋਲ ਲੇਖਾ ਮੰਗੇਗਾ। ਤੂੰ ਆਹੂੰ ਕਿਹੜੇ ਕੰਮ, ਰੱਬ ਨੇ ਤੈਨੂੰ ਇਸ ਸੰਸਾਰ ਵਿੱਚ ਕਿਸ ਕੰਮ ਭੇਜਿਆ ਸੀ ਤੇ ਤੂੰ ਕੀ ਕਰਨ ਲੱਗ ਗਿਆ। ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਆਏ ਕਿਸ ਵਾਸਤੇ ਸੀ? ਅਸੀਂ ਸਾਰੇ ਸੰਸਾਰ ਵਿੱਚ ਕਿਸ ਵਾਸਤੇ ਆਏ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਇਹ ਗੁਰੂ ਸਾਹਿਬ ਸਾਨੂੰ ਕਹਿ ਰਹੇ ਤੂੰ ਆਇਆ ਲਾਹਾ ਲੈਣ। ਇਸ ਸੰਸਾਰ ਵਿੱਚ ਤੇਰਾ ਜਨਮ ਲਾਹੇ ਵਾਸਤੇ ਹੋਇਆ। ਅਸੀਂ ਸਾਰੇ ਇਸ ਸੰਸਾਰ ਵਿੱਚ ਲਾਹਾ ਮਤਲਬ ਲਾਭ, ਅਸੀਂ ਲਾਭ ਲੈਣ ਆਏ।
ਹੈ ਜੀ। ਬੜੀ ਚੰਗੀ ਗੱਲ ਹੈ ਵੀ ਲਾਭ ਲੈਣ ਆਏ ਹਾਂ ਅਸੀਂ। ਤੇ ਸਾਨੂੰ ਪਤਾ ਹੈ, ਕਹਿੰਦੇ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਲਾਹਾ ਲੈਣ ਆਇਆ। ਫਿਰ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਜਿਸ ਪਾਸੇ ਘਾਟਾ ਹੋਣਾ ਸੀ ਤੂੰ ਦੌੜ ਦੌੜ ਕੇ ਉਸੇ ਪਾਸੇ ਜਾ ਰਿਹਾ। ਟੋਟਾ ਮਤਲਬ ਘਾਟਾ। ਜਿਸ ਪਾਸੇ ਜਿਸ ਕੰਮ ਵਿੱਚ ਨੁਕਸਾਨ ਹੋਣਾ, ਉਸ ਕੰਮ ਵਿੱਚ ਤੂੰ ਦੌੜ ਦੌੜ ਕੇ ਖਚਤ ਹੋਣ ਦੀ ਕੋਸ਼ਿਸ਼ ਕਰ ਰਿਹਾ। ਤੇ ਲਾਹੇ ਕੋ ਤੂੰ ਢੀਲਾ ਢੀਲਾ, ਜਿਸ ਕੰਮ ਵਿੱਚ ਤੇਰਾ ਨਫਾ ਹੋਣਾ ਸੀ, ਜਿਸ ਕੰਮ ਵਿੱਚ ਤੇਰਾ ਲਾਭ ਹੋਣਾ ਸੀ, ਉਸ ਕੰਮ ਨੂੰ ਤੂੰ ਟਾਈਮ ਹੀ ਨਹੀਂ ਦੇ ਰਿਹਾ। ਟਾਈਮ ਮਤਲਬ ਆਪਣਾ ਸਵਾਸ। ਲਿਖੇ ਸਾਹ ਲਵਾਈ ਹੈ, ਉਹ ਜਿਹੜੇ ਸਾਹ ਗਿਣਤੀ ਮਿਣਤੀ ਤੇ ਤੈਨੂੰ ਸਵਾਸ ਮਿਲੇ, ਤੇ ਤੂੰ ਉਹ ਸਾਰੇ ਸਵਾਸ ਜਿਹੜੇ ਟੋਟੇ ਕੋ ਵੇਗਤਾ ਆ। ਇਹ ਸਵਾਸ ਸਾਡੇ ਰੋਜ਼ ਖਰਚ ਹੋ ਰਹੇ ਹੈ। ਖਰਚ ਮਤਲਬ ਜਾ ਰਹੇ ਨੇ, ਤੇ ਇਹਨਾਂ ਦੇ ਬਦਲੇ ਲਾਹਾ ਨਹੀਂ ਹੋ ਰਿਹਾ, ਇਹਨਾਂ ਦੇ ਬਦਲੇ ਟੋਟਾ ਹੋ ਰਿਹਾ, ਨੁਕਸਾਨ ਹੋ ਰਿਹਾ। ਪਰ ਇਹ ਤੇ ਬੜੀ ਗਹਿਰੀ ਗੱਲ ਹੈ। ਕੋਈ ਮੈਂ ਤੇ ਕਦੀ ਸੋਚੀ ਨਹੀਂ ਵੀ ਮੈਂ ਕੋਈ ਖਰਚਾ ਕਰ ਰਿਹਾ ਤੇ ਖਰਚੇ ਦੇ ਬਦਲੇ ਮੈਨੂੰ ਕੁਝ ਮਿਲ ਨਹੀਂ ਰਿਹਾ, ਉਸ ਨੂੰ ਨੁਕਸਾਨ ਕਹਿੰਦੇ ਨੇ। ਬੰਦੇ ਕੋਲ ਮਾਇਆ ਹੋਏ ਤੇ ਉਸ ਮਾਇਆ ਦੇ ਬਦਲੇ ਬੰਦੇ ਨੂੰ ਕੁਝ ਮਿਲੇ ਨਾ, ਤੇ ਕਹਿੰਦੇ ਡੁੱਬ ਗਈ, ਨੁਕਸਾਨ ਹੋ ਗਿਆ। ਇਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸੱਚੇ ਪਾਤਸ਼ਾਹ ਵੀ ਲਾਹਾ ਕਿਸ ਤਰ੍ਹਾਂ ਹੋਏਗਾ? ਤੁਸੀਂ ਦੱਸੋ। ਆਪਾਂ ਗੁਰੂ ਸਾਹਿਬ ਨੂੰ ਪੁੱਛੀਏ, ਸੱਚੇ ਪਾਤਸ਼ਾਹ ਵੀ ਹੁਣ ਤੁਸੀਂ ਇੰਨੀ ਗੱਲ ਸਮਝਾਈ ਹੈ ਕਿ ਸਾਡਾ ਜਨਮ ਇਸ ਸੰਸਾਰ ਵਿੱਚ ਪ੍ਰਾਣੀ, ਵਾਪਸ ਚਲੀ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਸਾਰੇ ਇਸ ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆਏ। ਅਸੀਂ ਪੂੰਜੀ ਲੈ ਕੇ ਆਏ ਹਾਂ, ਕੁਝ ਸਵਾਸਾਂ ਦੀ ਪੂੰਜੀ ਲੈ ਕੇ ਆਏ ਹਾਂ, ਤੇ ਉਹ ਪੂੰਜੀ ਸਾਡੀ ਬੜੀ ਜ਼ਿਆਦਾ ਖਰਚ ਹੋ ਚੁੱਕੀ ਹੈ ਆਲਰੇਡੀ। ਤੇ ਬਦਲੇ ਵਿੱਚ ਸਾਡੇ ਕੋਲ ਕੀ ਹੈ, ਇਹ ਸਾਨੂੰ ਸਭ ਨੂੰ ਪਤਾ। ਉਹ ਖਰਚਾ ਜਿਹੜਾ ਹੋ ਗਿਆ, ਕਿਸੇ ਦਾ 20 ਸਾਲ ਹੋ ਗਿਆ, ਕਿਸੇ ਦਾ 30, ਕਿਸੇ ਦਾ 40, ਕਿਸੇ ਦਾ 50, ਇਹ ਖਰਚ ਬੈਠੇ ਹਾਂ ਅਸੀਂ। ਤੇ ਉਹਦੇ ਬਦਲੇ ਵਿੱਚ ਨਫਾ ਹੋਇਆ ਕਿ ਨੁਕਸਾਨ ਹੋਇਆ, ਇਹ ਸਭ ਅਸੀਂ ਜਾਣਦੇ ਹਾਂ ਜਾਂ ਗੁਰੂ ਸਾਹਿਬ ਜਾਣਦੇ ਆ। ਦੂਜਾ ਬਾਹਰ ਵਾਲਾ ਨਹੀਂ ਜਾਣ ਸਕਦਾ, ਦੂਜੇ ਨੂੰ ਨਹੀਂ ਪਤਾ, ਨਾ ਸਾਨੂੰ ਕਿਸੇ ਦੇ ਅੰਦਰ ਦੇਖਣ ਦਾ ਹੁਕਮ। ਅਸੀਂ ਕੇਵਲ ਤੇ ਕੇਵਲ ਆਪਣੇ ਨੂੰ ਦੇਖਣਾ ਵੀ ਸਵਾਸਾਂ ਦੀ ਪੂੰਜੀ ਸਾਨੂੰ ਪਾਰਬ੍ਰਹਮ ਪਰਮੇਸ਼ਰ ਜੀ ਨੇ ਦੇ ਕੇ ਇਸ ਸੰਸਾਰ ਵਿੱਚ ਭੇਜਿਆ ਵੀ ਤੇਰੀ ਵਾਰੀ ਆ ਗਈ, ਵੀ ਤੂੰ ਬੜੇ ਵੱਡੇ ਭਾਗਾਂ ਵੱਲ ਹੈ, ਤੇਰੀ ਵਾਰੀ ਆ ਗਈ, ਚੱਲ ਬੰਦਾ ਬਣ। ਤੈਨੂੰ ਮਨੁੱਖ ਬਣਾ ਕੇ ਭੇਜਣਾ। ਹੁਣ ਕੋਈ ਜਾਨਵਰ ਨਹੀਂ ਬਣਦਾ, ਕੋਈ ਪਸ਼ੂ ਪੰਛੀ ਨਹੀਂ ਬਣਦਾ, ਕੁਛ ਨਹੀਂ ਹੋਰ ਬਣਦਾ, ਕੋਈ ਰਾਖਸ਼ ਨਹੀਂ ਬਣਦਾ, ਕੋਈ ਪੇੜ ਨਹੀਂ ਬਣਦਾ, ਹੈ ਜੀ, ਕੋਈ ਕੁਝ ਨਹੀਂ ਹੋਰ, ਤੈਨੂੰ ਬੰਦਾ ਬਣਾਉਣਾ, ਤੇਰੀ ਵਾਰੀ ਆ ਗਈ। ਤੇ ਹੁਣ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜ ਰਹੇ ਆ। ਜਿਸ ਤਰ੍ਹਾਂ ਦੂਸਰੀ ਦੁਨੀਆ ਵਿੱਚ ਸਾਰੇ ਆਪਣੇ ਸਵਾਸ ਵਿਅਰਥ ਕਰ ਦਿੰਦੇ ਆ, ਤੂੰ ਨਹੀਂ ਕਰ ਰਿਹਾ। ਉਹ ਸਜ਼ਾ ਹੈ। ਜਿਹੜੇ ਸਵਾਸ ਆਪਣੇ ਵਿਅਰਥ ਕਰ ਦਿੰਦੇ ਆ, ਉਹ ਸਜ਼ਾ ਭੋਗਦੇ ਆ, ਸਾਰੇ ਮਜਬੂਰ ਨੇ। ਸਾਨੂੰ
84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ ਇਸ ਸੰਸਾਰ ਵਿੱਚ। ਅਵਰ ਜੋਨ ਬਾਕੀ ਸਾਰੀ ਦੁਨੀਆ, ਅਵਰ ਜੋਨ ਤੇਰੀ ਪਨਿਹਾਰੀ। ਪਨਿਹਾਰੀ ਦਾ ਮਤਲਬ ਤੇਰੇ ਅੱਗੇ ਪਾਣੀ ਭਰਨ ਗਿਆ, ਤੂੰ ਰਾਜਾ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਤੈਨੂੰ ਭੇਜ ਰਿਹਾ, ਤੈਨੂੰ ਬੰਦਾ ਬਣਾ ਕੇ ਭੇਜ ਰਿਹਾ, ਰੱਬ ਬਣ ਕੇ ਆਈ। ਲੇਕਿਨ ਸਵਾਸਾਂ ਦੀ ਪੂੰਜੀ ਅਸੀਂ ਸਾਰੇ ਲੈ ਕੇ ਆਏ ਹਾਂ ਤੇ ਇਹ ਤੇ ਖਰਚ ਹੋਈ ਜਾ ਰਹੀ ਹੈ। ਕਿੰਨੇ ਸਵਾਸ ਲੈਂਦੇ, ਕੀ ਲਿਖਿਆ ਜੀ? 24,000 ਸਵਾਸ ਇੱਕ ਦਿਨ ਵਿੱਚ। ਵਾਹਿਗੁਰੂ 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 ਵਾਹਿਗੁਰੂ। ਲਾਹੇ ਕੋ ਟੂਟੀ ਲਾਟੀ। ਜਿੱਥੇ ਲਾਭ ਹੈ, ਜਿੱਥੇ ਫਾਇਦਾ ਹੋਣਾ, ਉਸ ਪਾਸੇ ਬੰਦਾ ਕਹਿੰਦੇ ਤੂੰ ਜਾਂਦਾ ਹੀ ਨਹੀਂ। ਉਹ ਤੇਰੇ ਦਿਮਾਗ ਵਿੱਚ ਉਹ ਗੱਲ ਆਉਂਦੀ ਨਹੀਂ ਵੀ ਲਾਹਾ ਕਿਸ ਤਰ੍ਹਾਂ ਮਿਲੇਗਾ, ਕਿਸ ਤਰ੍ਹਾਂ ਮਿਲੇਗਾ। ਕਹਿੰਦੇ ਹਰ ਰਾਮ ਨਾਮ ਜਪ ਲਾਹ, ਹਰ ਰਾਮ ਨਾਮ ਜਪ ਲਾਹ। ਰੱਬ ਦਾ ਨਾਮ ਜਪੇਗਾ ਤੇ ਲਾਭ ਹੋਏਗਾ, ਨਹੀਂ ਤੇ ਸਵਾਸ ਵਿਅਰਥ ਚਲ ਜਾਣਗੇ। ਨਾਮ ਜਪੇਗਾ ਲਾਭ ਮਿਲੇ, ਤੋਟਾ ਹੀ ਰਹਿ। ਤੋਟਾ ਖਤਮ ਹੋ ਜਾਏਗਾ, ਨੁਕਸਾਨ ਖਤਮ ਹੁੰਦਾ ਜਾਏਗਾ, ਲਾਭ ਹੁੰਦਾ ਜਾਏਗਾ। ਜਦੋਂ ਲਾਭ ਹੁੰਦਾ ਹੈ ਤੇ ਫਿਰ ਨੁਕਸਾਨ ਨਹੀਂ ਹੁੰਦਾ ਜੀ। ਜਦੋਂ ਲਾਭ ਹੁੰਦਾ ਨਾ ਬੰਦੇ ਨੂੰ ਬਿਜ਼ਨਸ ਵਿੱਚ, ਤੇ ਫਿਰ ਨੁਕਸਾਨ ਨਹੀਂ ਹੁੰਦਾ। ਤੇ ਜੇ ਨੁਕਸਾਨ ਹੁੰਦਾ ਤੇ ਫਿਰ ਲਾਭ ਨਹੀਂ ਕਹਿ ਸਕਦੇ ਵੀ ਲਾਭ ਹੋਇਆ। ਇੱਕ ਚੀਜ਼ ਹੁੰਦੀ ਆ, ਨਾ ਤੇ ਨਫਾ ਹੋਏਗਾ ਜਾਂ ਨੁਕਸਾਨ ਹੋਏਗਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਹਰ ਰਾਮ ਨਾਮ ਜਪ ਲਾ, ਲਾਭ ਮਿਲੈ ਤੋਟਾ ਹੀ ਰਹਿ। ਹਰ ਦਰਗਾਹ ਪਤਵੰਤ, ਤੂੰ ਰੱਬ ਦੀ ਦਰਗਾਹ ਵਿੱਚ ਨਾ ਬੜੀ ਇੱਜ਼ਤ ਮਾਣ ਨਾਲ ਜਾਏਗਾ। ਨਹੀਂ ਤੇ ਆਗੇ ਜਮ ਦਲ ਬਿਖਮ ਕਨਾ। ਆਗੇ ਜਮ ਦਲ ਮਤਲਬ ਬਹੁਤ ਸਾਰੇ ਨੇ, ਔਰ ਬਿਖਮ ਬੜੇ ਡਰਾਵਨੇ ਨੇ, ਤੇ ਉਹਨਾਂ ਨਾਲ ਮੁਕਾਬਲਾ ਨਹੀਂ ਅਸੀਂ ਕਰ ਸਕਾਂਗੇ। ਆਗੇ ਜਮ ਦਲ ਬਿਖਮ ਕਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਸ਼੍ਰੀ ਰਾਮ ਨਾਮਾ ਉਚਰ ਮਨਾ। ਇਹ ਅਸੀਂ ਆਪਣੇ ਮਨ ਨੂੰ ਸਮਝਾਂ। ਸ਼੍ਰੀ ਰਾਮ ਨਾਮਾ ਉਚਰ ਮਨਾ, 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 ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਇਹ
ਗੱਲ ਅਸੀਂ ਕਰਨੀ ਹੈ ਆਪਣੇ ਮਨ ਨਾਲ। ਇਹ ਗੱਲ ਅਸੀਂ ਕਰਨੀ ਹੈ ਆਪਣੇ ਮਨ ਨਾਲ। ਜਦੋਂ ਬਚਨ ਚੇਤੇ ਆ ਜੇ ਗੁਰੂ ਸਾਹਿਬ ਜੀ ਦਾ, ਜਦੋਂ ਸੰਗਤ ਦੀ ਯਾਦ ਆ ਜੇ, ਜਦੋਂ ਕੁਝ ਵੀ ਰੱਬ ਵਾਲੇ ਪਾਸੇ ਧਿਆਨ ਚਲਾ ਜਾਏ ਨਾ, ਤੇ ਨੁਕਸਾਨ ਵਾਲੇ ਪਾਸੇ ਹੋਈਏ, ਤੇ ਇਹ ਗੱਲ ਆਪਣੇ ਮਨ ਨਾਲ ਕਰਨੀ ਆ ਕਿ ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ। ਇਸੇ ਗੱਲ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਨਾ, ਜੈ ਮਹਾ ਭਿਆਨ ਦੂਤ ਜਮ ਦਲੈ। ਬੜਾ ਭਿਆਨਕ ਹੈ, ਬਿਖਮ ਹੈ, ਉਹ ਦੇਖੋ ਬਿਖਮ ਹੈ, ਇੱਥੇ ਭਿਆਨਕ ਆ ਗਿਆ। ਜੈ ਮਹਾ ਭਿਆਨ ਦੂਤ ਜਮ, ਜਮਾ ਦੇ ਦੂਤ, ਇਹਨਾਂ ਦਾ ਦਲ ਹੈ। ਤਹਿ ਕੇਵਲ ਨਾਮ ਸੰਗ ਤੇਰੇ ਚਲਾ। ਇਹ ਨਾਲ ਚੱਲੇਗਾ ਜੀ, ਸਰੀਰ ਵੀ ਇੱਥੇ ਰਹਿ ਜਾਏਗਾ। ਆਪਣਾ ਸਰੀਰ, ਜਿਹਨੂੰ ਮੈਂ ਕਹਿੰਦਾ ਮੇਰਾ ਸਰੀਰ, ਇਹ ਵੀ ਇੱਥੇ ਰਹਿ ਜਾਏਗਾ। ਮੇਰੇ ਵਾਲੀ ਸਾਰੀ ਚੀਜ਼ਾਂ ਇੱਥੇ ਰਹਿ ਜਾਣਗੀਆਂ। ਜਿਹਦੇ ਨਾਲ ਵੀ ਮੇਰਾ ਲਾਇਆ ਨਾ, ਇਹ ਸਭ ਇੱਥੇ ਰਹਿ ਜਾਏਗਾ। ਤੇ ਜਿਹਨੂੰ ਮੈਂ ਆਪਣਾ ਕਦੀ ਸਮਝਿਆ ਹੀ ਨਹੀਂ, ਗੁਰੂ ਸਾਹਿਬ ਕਹਿੰਦੇ ਉਹਨੂੰ ਆਪਣਾ ਗੋਲੇ ਹੀ ਤੇਰੇ ਨਾਲ ਜਾਏਗਾ। ਜਿਹਨੇ ਨਾਲ ਜਾਣਾ, ਮੈਂ ਉਹਨੂੰ ਆਪਣਾ ਕਦੀ ਨਹੀਂ ਕਿਹਾ। ਦੇਖੋ, ਮੇਰੀ 40-50 ਸਾਲ ਦੀ ਮੇਰੀ ਉਮਰ ਹੋ ਗਈ, ਮੈਂ ਕਦੀ ਵੀ ਰੱਬ ਦੇ ਨਾਮ ਨੂੰ ਆਪਣਾ ਕਿਹਾ ਹੀ ਨਹੀਂ। ਮੈਂ ਆਪਣੇ ਨਾਮ ਨੂੰ ਹੀ ਆਪਣਾ ਕਿਹਾ ਵੀ ਇਹ ਮੇਰਾ ਨਾਮ, ਇਹ ਮੇਰਾ ਘਰ ਹੈ, ਇਹ ਮੇਰਾ ਪਰਿਵਾਰ ਹੈ। ਤੇ ਇਹ ਜਿਹੜਾ ਜਿੱਦੇ ਤੇ ਮੈਂ ਮੇਰਾ ਲਾਇਆ ਨਾ, ਇਹ ਕੁਝ ਵੀ ਮੇਰਾ ਨਹੀਂ ਹੈ। ਇਹ ਗੁਰੂ ਸਾਹਿਬ ਪੜ੍ਹਾਈ ਕਰਾ, ਕਿਉਂਕਿ ਨਾਲ ਨਹੀਂ ਚੱਲਦਾ। ਜੇ ਮੇਰਾ ਹੋਏ ਤੇ ਮੇਰੇ ਨਾਲ ਰਹੇ ਹਰ ਸਮੇਂ, ਹਰ ਸਮੇਂ ਨਾਲ ਕੀ ਚੱਲੇਗਾ। ਤੈ ਕੇਵਲ ਨਾਮ ਸੰਗ ਤੇਰਾ ਚੱਲੇ। ਨਾਲ ਤੇ ਸੰਗ ਜਿਹੜਾ ਹੈ, ਸੰਗੀ ਜਿਹੜਾ, ਇਹ ਰੱਬ ਦਾ ਨਾਮ ਹੋਏਗਾ। ਫਿਰ ਨਾਮ ਮੇਰਾ ਹੋਇਆ ਜਾਂ ਘਰ ਮੇਰਾ ਹੋਇਆ, ਨਾਮ ਮੇਰਾ ਹੋਇਆ ਜਾਂ ਪਰਿਵਾਰ ਮੇਰਾ ਹੋਇਆ, ਮੈਨੂੰ ਤੇ ਅਜੇ ਤੱਕ ਇਹੀ ਨਹੀਂ ਸਮਝ ਵੀ ਮੇਰਾ ਕੀ ਹੈ। ਹਰ ਮੇਰਾ ਸਾਥੀ ਸੰਗ ਸਹਾਈ। ਅਜੇ ਤੱਕ ਮੈਨੂੰ ਇਹ ਨਹੀਂ ਸਮਝ ਆਈ ਵੀ ਮੇਰੀ ਚੀਜ਼ ਕਿਹੜੀ ਆ, ਮੈਂ ਮੇਰਾ ਕਿਹਨੂੰ ਕਵਾਂ। ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ, ਆਗੈ ਜਮ ਦਲ ਬਿਖਮ ਕਨਾ। ਇਹ ਅੱਗੇ ਦੀ ਗੱਲ ਹੈ। ਸਾਨੂੰ ਗੁਰੂ ਸਾਹਿਬ ਅੱਗੇ ਨਾਲ ਪਹਿਲੇ ਹੀ ਸੁਚੇਤ ਕਰ ਰਹੇ, ਤੂੰ ਪਹਿਲੇ ਠੀਕ ਹੋ ਜਾ। ਦੇਖ ਅੱਗੇ ਦੀ ਗੱਲ, ਕਹਿੰਦੇ ਮੈਂ ਤੈਨੂੰ ਦੱਸਦਾ, ਤੂੰ ਉਸ ਰਸਤੇ ਨਾ ਜਾਈ। ਸੋ ਜਨ ਜਮ ਕੀ ਵਾਟ ਨਾ ਪਾਈਐ। ਇਸ ਤਰ੍ਹਾਂ ਵੀ ਹੁੰਦਾ ਜੇ ਸ਼੍ਰੀ ਰਾਮ ਨਾਮਾ ਉਚਰ ਮਨਾ ਵਾਲੀ ਗੱਲ ਅਸੀਂ ਪਕੜ ਲਈ, ਦ੍ਰਿੜ ਕਰ ਗਹੋ ਨਾਮ ਹਰ ਵਤ, ਦ੍ਰਿੜ ਕਰ ਗਹੋ, ਪਕੜੋ ਨਾਮ ਹਰ ਵਤ। ਜੇ ਇਹ ਗੱਲ ਹੋ ਗਈ ਤੇ ਇਹਨਾਂ ਵਾਸਤੇ ਕਿਹਾ ਸੋ ਜਨ ਜਮ ਕੀ ਵਾਟ ਨਾ ਪਾਈਐ। ਇਹ ਉਸ ਰਸਤੇ ਨਹੀਂ ਜਾਂਦੇ।
ਜਮਾਂ ਵਾਲੇ ਰਸਤੇ ਤੇ ਰੱਬ ਦੇ ਪਿਆਰੇ ਨਹੀਂ ਚੱਲਦੇ। ਉਹ ਜਿਸ ਰਸਤੇ ਤੇ ਚੱਲਦੇ ਨੇ ਉਸ ਰਸਤੇ ਤੇ ਜੰਮ ਦੂਰ ਹੋ ਜਾਂਦੇ ਨੇ। ਸੁਣ ਕੇ ਜੰਮ ਕੇ ਦੂਤ, ਉਹ ਜਦੋਂ ਨਾਮ ਸੁਣਦੇ ਨਾ ਵੀ ਇਹ ਤੇ ਕੋਈ ਨਾਮ ਜਪਣ ਵਾਲਾ ਕੋਈ ਆ ਰਿਹਾ, ਉਹ ਪਿੱਛੇ ਹਟ ਜਾਂਦੇ। ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾ। ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਬਾਬਾ ਮਾਇਆ ਰਚਨਾ ਤੋ, ਬਾਬਾ ਮਾਇਆ ਰਚਨਾ ਤੋ। ਇਹ ਨੁਕਸਾਨ ਵੱਲ ਜਿਹੜਾ ਮੈਂ ਜਾ ਰਿਹਾ, ਇਹ ਮਾਇਆ ਕਰਕੇ ਹੀ ਹੈ। ਇਹ ਧੋਖਾ ਜਿਹੜਾ ਮਾਇਆ ਦਾ ਹੈ, ਮਾਇਆ ਦੀ ਰਚਨਾ ਸਾਰੀ ਧੋਖਾ ਹੈ। ਗੁਰੂ ਸਾਹਿਬ ਕਹਿੰਦੇ ਇਸ ਵਿੱਚ ਨਾ ਫਸ। ਇਸ ਕਰਕੇ ਤੂੰ ਨਾਮ ਵਿਸਾਰਿਆ। ਅੰਧ ਹੈ, ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਇਹ ਸਾਥ ਨਹੀਂ ਚਲਦੀ, ਕੁਝ ਵੀ ਸਾਥ ਨਹੀਂ ਚਲਦਾ। ਹੰਸ ਆਗੇ ਗਵਨ ਇਕੇਲਾ, ਹੰਸ ਇਕੇਲਾ ਜਾਏ। ਇਹ ਸਾਨੂੰ ਗੁਰੂ ਸਾਹਿਬ ਉਹ ਗੱਲਾਂ ਦੱਸ ਰਹੇ ਨੇ ਜਿਹੜੀਆਂ ਸਰੀਰ ਛੱਡਣ ਤੋਂ ਬਾਅਦ ਦੀਆਂ ਨੇ। ਜਿਹੜੀਆਂ ਬੰਦਾ ਕਹਿੰਦੇ ਅੱਗੇ ਕੁਝ ਪਤਾ ਹੀ ਨਹੀਂ, ਅੱਗੇ ਕੀ ਹੋਣਾ, ਅੱਗੇ ਕਿਹਨੇ ਦੇਖਿਆ। ਪਰ ਗੁਰੂ ਸਾਹਿਬ ਸਾਨੂੰ ਅੱਗੇ ਦੀ ਗੱਲ ਦੱਸ ਰਹੇ ਨੇ। ਆਗੇ ਜਮ ਦਲ, ਆਗੇ ਅੱਗੇ ਇਹ ਵੀ ਕਹਿੰਦੇ ਆਗੇ ਸੁਖ, ਇਹ ਵੀ ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਅੱਗੇ ਰਹਿਣਾ ਹੈ ਜਾ ਕੇ, ਇੱਥੇ ਰਹਿਣਾ ਨਹੀਂ ਹੈ, ਅੱਗੇ ਰਹਿਣ ਵਾਲੀ ਜਗ੍ਹਾ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ, ਧਰਮਸਾਲ ਵਿੱਚ ਕੋਈ ਰਹਿੰਦਾ ਨਹੀਂ ਹੈ। ਧਰਮਸਾਲ ਵਿੱਚ ਕੇਵਲ ਮੁਸਾਫਿਰ ਜਾਂਦੇ ਨੇ। ਧਰਮਸਾਲ ਕੁਝ 2-4 ਦਿਨਾਂ ਦੀ ਹੁੰਦੀ ਬਸ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ, ਇੱਥੇ ਹਮੇਸ਼ਾ ਨਹੀਂ ਬਸਣਾ। ਅੱਗੇ ਬਸਨ ਸੁਹੇਲਾ। ਉਹ ਕਦੋਂ? ਇਹਾਂ ਖਾਟ ਚਲੋ ਹਰ ਲਾਹਾ। ਆ ਗਿਆ ਫਿਰ ਲਾਹਾ। ਤੇ ਲਾਹਾ ਕਿਸ ਤਰ੍ਹਾਂ? ਹਰ ਰਾਮ ਨਾਮ ਜਪ ਲਾਹਾ, ਗਤ ਪਾਵੈ ਸੁਖ ਸਹਿਜ ਆਨੰਦਾ। ਇੱਥੇ ਜਿੱਥੇ ਨਾਮ ਹੈ ਉੱਥੇ ਹੀ ਸੁਖ ਜੇ, ਹੋਰ ਕਿਧਰੇ ਸੁਖ ਨਹੀਂ। ਜਿੱਥੇ ਨਾਮ ਹੈ ਉੱਥੇ ਸੁਖ ਹੈ। ਕਿਸੇ ਵਸਤੂ ਵਿੱਚ ਸੁਖ ਨਹੀਂ, ਕਿਸੇ ਜਗ੍ਹਾ ਵਿੱਚ ਸੁਖ ਨਹੀਂ, ਕਿਸੇ ਪਦਾਰਥ ਵਿੱਚ ਸੁਖ ਨਹੀਂ ਹੈ। ਸੁਖ ਨਾਹੀ ਰੇ ਹਰ ਭਗਤ ਬਿਨਾ। ਸੁਖ ਨਾਹੀ ਰੇ ਹਰ ਭਗਤ ਬਿਨਾ। ਜੇ ਭਗਤੀ ਨਹੀਂ ਹੈ ਤੇ ਬਾਕੀ ਸਭ ਕੁਝ ਹੈ ਤੇ ਬੰਦਾ ਸੁਖੀ ਨਹੀਂ ਕਿਹਾ ਜਾ ਸਕਦਾ। ਤੇ ਜੇ ਭਗਤੀ ਹੈ ਬਾਕੀ ਕੁਝ ਵੀ ਨਹੀਂ ਹੈ ਤੇ ਫਿਰ ਉਹਦੇ ਕੋਲ ਪੁੱਛੋ ਤੂੰ ਸੁਖੀ ਹੈ ਕਿ ਨਹੀਂ, ਉਹ ਦੱਸ।
ਵਾਹਿਗੁਰੂ 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 ਵਾਹਿਗੁਰੂ। ਜੀਵਨ ਅੱਗੇ ਕਹਿੰਦੇ ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ। ਜਿੱਥੇ ਬਹਿ ਸਮਝਾਈਐ ਤਿੱਥੇ ਕੋਏ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਭਰਾ। ਅਗਲੀਆਂ 3 ਪੰਕਤੀਆਂ ਵਿੱਚ ਸਾਨੂੰ ਇਹ ਦੱਸਿਆ, ਜੀਵਨ ਮਰਣਾ ਜਾਇਕੈ, ਜੀਵਨ ਮਰਣਾ ਜਾਇਕੈ, ਇੱਥੇ ਖਾਜੈ ਕਾਲ। ਜੀਵਨ ਮਰਨਾ ਜਾਇਕ ਹੈ। ਜਾਇਕ ਹੈ ਦਾ ਮਤਲਬ ਹੈ ਪੈਦਾ ਹੋ ਗਏ। ਇੱਥੋਂ ਸ਼ੁਰੂ ਕਰਾਂਗੇ ਅਰਥ। ਜਾਇਕ ਹੈ ਪੈਦਾ ਹੋਣ ਤੋਂ ਬਾਅਦ ਜੀਵਨ ਤੋਂ ਲੈ ਕੇ ਮਰਨ ਤੱਕ। ਜੀਵਨ ਮਰਨਾ ਜਾਇਕ ਹੈ। ਜਾਇਕ ਹੈ ਪੈਦਾ ਹੋਣ ਤੋਂ ਬਾਅਦ ਸਾਰਾ ਜੀਵਨ ਮਰਨੇ ਤੱਕ ਜਿੰਨਾ ਕਾਲ ਹੈ, ਜਿੰਨਾ ਸਮਾਂ ਹੈ, ਬੰਦਾ ਖਾਣ ਦੇ ਆਹਾਰ ਵਿੱਚ ਲੱਗਿਆ, ਪਦਾਰਥਾਂ ਨੂੰ ਇਕੱਠੇ ਕਰਨ ਦੇ ਆਹਾਰ ਵਿੱਚ ਲੱਗਿਆ। ਤੁਸੀਂ ਦੇਖ ਲਓ, ਕਿਸੇ ਸੰਸਾਰ ਦੇ ਕਿਸੇ ਬੰਦੇ ਵਿੱਚ ਉਂਗਲੀ, ਕਿਸੇ ਦੇ ਉੱਪਰ ਉਂਗਲੀ ਰੱਖ ਦਿਓ, ਉਹ ਇਕੱਠਾ ਕਰ ਰਿਹਾ ਜੀ। ਕਿਸੇ ਨੂੰ ਕੁਝ ਚਾਹੀਦਾ, ਪੁੱਛੋ ਕੀ ਕਰਨਾ, ਕਹੇਗਾ ਇਹ ਚਾਹੀਦੀ ਹੈ, ਥੋੜੇ ਪੈਸੇ ਹੋਣ ਤੇ ਮੈਂ ਇਹ ਲੈ ਲਵਾਂਗਾ, ਥੋੜਾ ਇਹ ਹੋਏ, ਬਸ ਇਹ। ਜੀਵਨ ਮਰਨਾ ਜਾਇਕ ਹੈ, ਪੈਦਾ ਹੋਣ ਤੋਂ ਬਾਅਦ ਸਾਰੇ ਜੀਵਨ ਭਰ, ਜੀਵਨ ਕਾਲ ਵਿੱਚ ਮਰਨ ਤੱਕ ਬੰਦਾ ਇਕੱਠਾ ਕਰਦਾ। ਇੱਥੇ ਖਾਜੈ ਕਾਲ, ਖਾਣ ਦੇ ਆਹਾਰ ਵਿੱਚ ਲੱਗਿਆ ਹੋਇਆ, ਭੋਗਣ ਦੇ। ਇੱਥੇ ਖਾਣ ਦਾ ਅਰਥ ਕੇਵਲ ਖਾਣਾ ਨਹੀਂ ਹੈ, ਖਾਣ ਦਾ ਅਰਥ ਹੈ ਭੋਗਣਾ, ਪਦਾਰਥਾਂ ਨੂੰ ਭੋਗਣਾ, ਸੰਸਾਰੀ ਪਦਾਰਥਾਂ ਨੂੰ ਭੋਗਣਾ। ਇਸ ਦੇ ਆਹਾਰ ਵਿੱਚ ਬੰਦਾ ਲੱਗਿਆ। ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈਐ। ਇਹ ਅੱਗੇ ਦੀ ਗੱਲ ਕਰਦੇ, ਜਿੱਥੇ ਬਹਿ ਸਮਝਾਈਏ ਦਾ ਮਤਲਬ ਹੈ ਜਿੱਥੇ ਉਹਨੂੰ ਦਿਖਾਇਆ ਜਾਏਗਾ, ਭਾਈ ਤੈਨੂੰ ਭੇਜਿਆ ਸੀ, ਇਹ ਦੇਖ ਭਾਈ ਤੂੰ ਕੀ ਕੰਮ ਕਰਕੇ ਆਇਆ। ਜਿੱਥੇ ਬਹਿ ਸਮਝਾਈਏ, ਜਿੱਥੇ ਸਮਝਾਈਏ ਦਾ ਮਤਲਬ ਜਿੱਥੇ ਸਾਨੂੰ ਦੱਸਿਆ ਜਾਏਗਾ ਸਾਰਾ ਵੀ ਅਸੀਂ ਕੀ ਕਰਕੇ ਆਏ। ਅਵਰ ਕਰਤੂਤ ਸਗਲੀ ਜਮ ਡਨ ਹੈ, ਉੱਥੇ ਪੁੱਛਿਆ ਜਾਏਗਾ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ ਲੱਗਾ, ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਤੂੰ ਕੀ ਕਰਕੇ ਆਇਆ ਦੇਖ। ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ, ਜਿੱਥੇ ਬਹਿ ਸਮਝਾਈਆ ਤਿੱਥੇ ਕੋਏ ਨਾ ਚਲਿਓ ਨਾਲ। ਨਾਲ ਕੋਈ ਨਹੀਂ ਜਾਏਗਾ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਬੜੇ ਹੀਲੇ ਕਰਕੇ, ਠੱਗੀਆਂ ਕਰਕੇ, ਝੂਠ ਬੋਲ ਕੇ, ਕੁਝ ਨਾ ਕੁਝ ਕਰਕੇ ਕਿਸੇ ਤਰ੍ਹਾਂ ਵੀ ਨਾ ਧਨ ਬੰਦਾ ਇਕੱਠਾ ਕਰਦਾ ਤੇ ਘਰ ਲਿਆਂਦਾ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਬੱਚੇ, ਇਸਤਰੀ, ਪਰਿਵਾਰ ਦੇ ਉੱਪਰ ਕਹਿੰਦੇ ਖਰਚ ਕਰਦਾ। ਮਨ ਮੇਰੇ, ਸਾਨੂੰ ਸਮਝਾਉਂਦੇ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਭਾਈ ਗਲਤ ਕੰਮ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਠੱਗੀ ਨਹੀਂ ਕਰਨੀ, ਧੋਖਾ ਨਹੀਂ ਦੇਣਾ। ਤੂੰ ਇੱਕ ਨੂੰ ਧੋਖਾ ਦੇਗਾ, 10 ਖੜੇ ਨੇ ਅੱਗੇ ਤੇਰੇ, ਤੂੰ ਤਿਆਰ ਰਹਿ। ਇਹ ਕੁਦਰਤੀ ਨਿਯਮ ਹੈ। ਇਹ ਕੋਈ ਰੱਬ ਨੇ ਇਸ ਤਰ੍ਹਾਂ ਨਹੀਂ ਕਹਿਣਾ ਵੀ ਤੂੰ ਧੋਖਾ ਕੀਤਾ, ਚੱਲ ਵੀ 10 ਚਲੋ ਤੁਸੀਂ ਧੋਖਾ ਦਿਓ ਨਾ, ਇਸ ਤਰ੍ਹਾਂ ਨਹੀਂ ਹੈ। ਇੱਕ ਉਹਨੇ ਨਿਯਮ ਬਣਾ ਦਿੱਤਾ ਵੀ ਇਹਨੇ ਇੱਕ ਨੂੰ ਗਾਲ ਕੱਢੀ ਤੇ 10 ਬੰਦੇ ਅੱਗੇ ਐਸੇ ਉਹਨੂੰ ਟੱਕਰਨਗੇ, ਹੋਰ ਵਧਾ ਕੇ ਬੋਲਣ ਵਾਲੇ।
ਤੇ ਜੇ ਕਿਸੇ ਨੂੰ ਜ਼ਿਆਦਾ ਤੰਗ ਕਰੇਗਾ, ਹੋ ਸਕਦਾ ਉਹ ਤੇਰੇ ਘਰ ਹੀ ਆ ਜਾਏ, ਤੈਨੂੰ ਛੱਡੇ ਹੀ ਨਾ। ਇਹ ਵੀ ਹੋ ਸਕਦਾ ਜੀ। ਜੇ ਕਿਸੇ ਨਾਲ ਹਿਸਾਬ ਕਿਤਾਬ ਬਹੁਤ ਜ਼ਿਆਦਾ ਅਸੀਂ ਬਣਾਵਾਂਗੇ, ਹੋ ਸਕਦਾ ਉਹ ਸਾਡੇ ਘਰ ਆ ਜਾਏ, ਜੇ ਆਪਾਂ ਉਹਦੇ ਘਰ ਚਲੇ ਜਾਈਏ। ਇਹਨੂੰ ਲੈਣਾ ਦੇਣਾ ਕਹਿੰਦੇ। ਤੇ ਜਦ ਤੱਕ ਲੈਣਾ ਦੇਣਾ ਮੁੱਕਦਾ ਨਹੀਂ, ਬੰਦਾ ਨੇ ਆਂਦੇ ਰਹਿਣਾ ਸੰਸਾਰ। ਗੁਰੂ ਸਾਹਿਬ ਨੇ ਸਾਨੂੰ ਲੈਣਾ ਦੇਣਾ ਮੁਕਾਉਣਾ ਸਿਖਾਇਆ, ਵੀ ਸਾਰੇ ਨਾਲ ਕਿਸ ਤਰ੍ਹਾਂ ਆਪਣਾ ਲੈਣਾ ਦੇਣਾ ਮੁਕਾਉਣਾ। ਕਰਮ ਕਰਤ ਹੋਵੇ ਨਹੀਂ ਕਰਮ, ਇਹਨੂੰ ਇਸ ਨੂੰ ਕਹਿੰਦੇ। ਤੂੰ ਸਭ ਨਾਲ ਵਰਤਣਾ, ਪਰ ਅੰਦਰ ਆਪ ਨਹੀਂ ਜਾਣਾ, ਅੰਦਰ ਗੁਰੂ ਨੂੰ ਰੱਖਣਾ। ਜੇ ਗੁਰੂ ਅੱਗੇ ਰਹੇਗਾ ਤੇਰੇ, ਤੇ ਫਿਰ ਤੇਰੇ ਹਿਸਾਬ ਤੇ ਫਿਰ ਲੇਖਾ ਕੋਈ ਨਾ ਪੁੱਛੇ, ਤੇਰੇ ਕੋਲ ਲੇਖਾ ਨਹੀਂ ਪੁੱਛਿਆ ਜਾਏਗਾ। ਕਿਉਂ? ਤੂੰ ਕਿਸੇ ਕੰਮ ਵਿੱਚ ਆਪ ਤੇ ਵੜਿਆ ਹੀ ਨਹੀਂ, ਤੂੰ ਤੇ ਕਿਹਾ ਹੋਇਆ ਗੁਰੂ ਦਾ ਕੰਮ, ਇਹ ਤੇ ਗੁਰੂ ਦਾ ਕੰਮ। ਨੌਕਰ ਬਣ ਕੇ ਬੜਾ ਸੁੱਖ ਹੁੰਦਾ ਜੀ। ਦੁਕਾਨ ਤੇ ਜਿਹੜਾ ਨੌਕਰ ਹੁੰਦਾ, ਉਹਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੈ, ਜੇ ਸੌਦਾ ਵਿਕਿਆ ਜਾਂ ਨਹੀਂ ਵਿਕਿਆ। ਨੌਕਰ, ਮਾਲਕ ਨੂੰ ਟੈਨਸ਼ਨ ਜੀ। ਨੁਕਸਾਨ ਹੋ ਗਿਆ, ਅੱਗ ਲੱਗ ਗਈ, ਬਾਰਿਸ਼ ਆ ਗਈ, ਮਾਲ ਖਰਾਬ ਹੋ ਗਿਆ, ਨੌਕਰ ਨੂੰ ਹੁੰਦੀ ਟੈਨਸ਼ਨ? ਕੋਈ ਟੈਨਸ਼ਨ। ਨੌਕਰ ਜੋ ਹੈ, ਸਾਨੂੰ ਗੁਰੂ ਸਾਹਿਬ ਨੇ ਰੱਬ ਦਾ ਨੌਕਰ ਬਣਾਇਆ। ਰਾਜਾ ਕਹਿੰਦਾ, ਰਾਜਾ ਸ਼ਿਵਨਾਥ ਕਹਿੰਦਾ ਕਿ ਇਹ ਮੇਰੇ ਬੱਚੇ ਨੇ, ਇਹ ਮੇਰਾ ਪਰਿਵਾਰ ਹੈ, ਮੇਰਾ ਮਹਿਲ ਹੈ, ਮੇਰਾ। ਗੁਰੂ ਸਾਹਿਬ ਕਹਿੰਦੇ ਤੇਰਾ ਕੁਛ ਨਹੀਂ। ਸਾਰੀ ਪੜ੍ਹਾਈ ਉਹਨੂੰ ਕਰਾਈ, ਆਪ ਬੈਠ ਕੇ ਸਾਰੀ ਉਹਨੂੰ ਪੜ੍ਹਾਈ ਕਰਾਈ। ਕਹਿੰਦਾ ਮੇਰਾ ਕੁਝ ਨਹੀਂ ਹੈ, ਮੈਂ ਤੇ ਛੱਡਦਾ, ਮੈਂ ਨਹੀਂ ਕਰਨਾ ਰਾਜ। ਕਹਿੰਦੇ ਨਾ, ਹੁਣ ਤੂੰ ਕਰਨਾ। ਕਹਿੰਦੇ ਹੁਣ ਕਰਨਾ ਹੈ, ਲੇਕਿਨ ਆਪਣਾ ਸਮਝ ਕੇ ਨਹੀਂ ਕਰਨਾ। ਹੁਣ ਜਿੰਨੇ ਸਾਰੇ ਤੈਨੂੰ ਦਿਖਦੇ ਪਏ ਨਾ, ਇਹ ਸਾਰੇ ਤੇਰੇ ਬੱਚੇ ਨੇ, ਇਹ ਸਾਰਾ ਤੇਰਾ ਪਰਿਵਾਰ ਹੈ। ਜਿਤਨੇ ਜੀ ਬਣਾਏ ਰੱਬ ਨੇ, ਸਾਰਾ ਤੇਰਾ, ਇਹਨਾਂ ਸਭ ਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਹੈ। ਇਹ ਸਾਰੇ ਤੇਰੇ ਆਪਣੇ ਨੇ। ਹੋਰ ਬੈਕੁੰਠ ਕਿਹਨੂੰ ਕਹਿੰਦੇ? ਮੇਰੇ ਕਿੰਨੇ ਆਪਣੇ ਨੇ? ਮੇਰੇ ਆਪਣੇ 2 ਜਾਂ 4। ਤੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਆਪਣੇ ਕਿੰਨੇ ਨੇ? ਤੁਸੀਂ ਦੇਖ ਲਓ। ਰੱਬ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ, ਉਹਨਾਂ ਦੇ ਜੋ ਹਰ ਕਾ ਪਿਆਰਾ ਸੋ, ਜੋ ਹਰ ਕਾ ਪਿਆਰਾ ਸਭਨਾ। कितनी मौज है। सारी टेंशन खत्म, सारा झगड़े खत्म, सब कुछ खत्म, सब अपने ने। किसी को दुख नहीं देना, किसी नाल झूठ नहीं बोलना, किसी नाल फरेब नहीं करना, किसी नाल गलत नहीं करना। किसी ते जे मेरे नाल गलत हो रहा, जे मेरे नाल कोई झूठ बोल रहा, जे मेरे नाल कोई ठगी कर रहा, फिर की करिए? जे मैनू कोई गाल कटदा, फिर मैं ना कटा? जे मैनू कोई बुरा भरा कहता है, फिर मैं ना करा? गुरु साहब कहते दिता लईए अपना। तू किधर दिता सी, तेनू वापस मिलिया, तू होर ना दें किधरे, नहीं तो फिर आएगा तेरे को वापस। इस लेखे नू मुका। ये जिहड़ा लेखा मिल रहा, इस लेखे नू इत्थे मुका। सदना जी होया, भगत जी होया, सदना जी होया जी। ते बकरे कटते सी जी। एक कसाई होए जी, पर गुरु नानक साहब ने जदों भगत बने तो अपने नाल थां दित्ती, अपने नाल बिठाया उन्होंने। मैं नाही कछ हो नहीं, किछ आहे न मोरा, औसर लद्दा औसर लज्जा राख लियो, सदना जन तोर। वो कहते बकरे कटते होंदे सी, ते एक बारी वो राजा दे बंदे आए, कहते ना, कहते हुण ते टाइम हो गया मेरे जान दा, हुण नहीं कटना। कहते नहीं, सानू चाहिदा, इन्ना चाहिदा सानू। ते
ਨੇ ਕੀ ਕਰਾਂ, ਜੇ ਮਾਰਦਾ ਇਹਨੂੰ ਇਹ ਖਰਾਬ ਹੋ ਜਾਏਗਾ, ਸਾਰਾ ਬਾਕੀ ਖਰਾਬ ਹੋ ਜਾਏਗਾ, ਇਹਨਾਂ ਨੂੰ ਜਿੰਨਾ ਚਾਹੀਦਾ, ਕੀ ਕਰਾਂ। ਕਹਿੰਦੇ ਨਾ ਇੱਕ ਟੰਗ ਵਾਲੀ ਸਾਈਡ ਤੋਂ ਨਾ ਇੱਥੋਂ ਕੱਟ ਦੇਣਾ ਵੀ ਜਿੰਨਾ ਚਾਹੀਦਾ ਹੈ, ਬਾਕੀ ਜਿੰਦਾ ਰਹੇਗਾ, ਖੂਨ ਵਗੈਰਾ ਚੱਲਦਾ ਰਹੇਗਾ ਤੇ ਤਾਜ਼ਾ ਰਹੇਗਾ, ਤੇ ਬਾਕੀ ਕੱਲ ਦੇਖ ਲਾਂਗੇ ਜਿੰਨਾ ਵੀ ਹੋਏਗਾ। ਉਹਨਾਂ ਨੇ ਜ਼ੋਰ ਪਾਇਆ ਤੇ ਐਸੇ ਸੋਚਦਾ ਇਸ ਤਰ੍ਹਾਂ, ਤੇ ਬੱਕਰਾ ਹੱਸਣ ਲੱਗ ਗਿਆ। ਕਹਿੰਦਾ ਤੂੰ ਕਿਉਂ ਹੱਸਦਾ? ਕਹਿੰਦਾ ਇਹ ਕਿਹੜੀ ਨਵੀਂ ਭਾਜੀ ਪਾਉਣ ਲੱਗਾ। ਕਹਿੰਦੇ ਕਿੰਨਾ ਟਾਈਮ ਹੋ ਗਿਆ, ਤੂੰ ਮੈਨੂੰ ਮਾਰੀ ਜਾਂਦਾ, ਮੈਂ ਤੈਨੂੰ ਮਾਰੀ ਜਾਂਦਾ, ਇਹ ਕਿਹੜੀ ਨਵੀਂ ਭਾਜੀ ਪਾਉਣ ਲੱਗਾ, ਕਿੱਥੇ ਕਿੱਥੇ ਕਿੱਥੋਂ ਕੱਟਣ ਲੱਗਾ ਮੈਨੂੰ। ਕਹਿੰਦੇ ਇਹ ਸਿਲਸਿਲਾ ਨਾ ਸ਼ੁਰੂ ਕਰੀ। ਉਹ ਕਹਿੰਦੇ ਉਹ ਤੜਪਦਾ ਰਹੇਗਾ। ਫਿਰ ਤੇ ਮਨ ਵਿੱਚ ਆਇਆ ਕਿ ਜੇ ਇਸ ਤਰ੍ਹਾਂ ਕੱਟਾਂਗਾ ਇਹਨੂੰ, ਇਹ ਤੇ ਤੜਪਦਾ ਰਹੇਗਾ। ਕਹਿੰਦੇ ਤੂੰ ਮੈਨੂੰ ਮਾਰਦਾ, ਫਿਰ ਮੇਰਾ ਜਨਮ ਹੁੰਦਾ, ਫਿਰ ਮੈਂ ਤੈਨੂੰ ਮਾਰਦਾ, ਫਿਰ ਤੂੰ ਮੈਨੂੰ ਮਾਰਦਾ, ਫਿਰ ਮੈਂ ਤੈਨੂੰ ਮਾਰਦਾ। ਕਹਿੰਦੇ ਚੱਲਿਆ ਆ ਰਿਹਾ, ਇਹ ਤੂੰ ਕਿਹੜੇ ਰਸਤੇ ਚੱਲ ਪਿਆ? ਕਹਿੰਦੇ ਹੁਣ ਕਿੱਥੇ ਪਾਸੇ ਚੱਲ ਪਿਆ ਤੂੰ? ਕਹਿੰਦੇ ਹੁਣ ਇਹ ਕੰਮ ਸ਼ੁਰੂ ਕਰੀਏ। ਉਸ ਦਿਨ ਤੋਂ ਬਾਅਦ ਉਹਨਾਂ ਨੇ ਉਹ ਕੰਮ ਨਹੀਂ ਕੀਤਾ। ਜਿੱਥੇ ਬਹਿ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ, ਨਾਲ ਰੋਵਣ ਵਾਲੇ ਜੀਤੜੇ ਸਭ ਬੰਨੇ ਪੰਡ ਪਰਾਲ। ਵਾਹਿਗੁਰੂ ਵਾਹਿਗੁਰੂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ स्वामी परमेश्वरा, गुरुदेव सिखा ज्ञान पंजन, गुरुदेव बंदप सहोदरा, गुरुदेव दाता हरनाम उपदेशक, गुरुदेव मंत निरोधरा, गुरुदेव शांत सदबुद्ध मूर्त, गुरुदेव पारस परस्परा, गुरुदेव तीर्थ अमृत सरोवर, गुरु ज्ञान मज्जन परंपरा, गुरुदेव करता सपा परता, गुरुदेव पतित पवित्र करा, गुरुदेव आ जुगा जुग जुग, गुरुदेव मन थर जा पुत्रा, गुरुदेव संगत पर मेल कर कृपा मूड़ पापी जित लग धरा, गुरुदेव सतगुर पार ब्रह्म परमेश्वर, गुरुदेव नानक हर नमस्कारा संजना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सर्व सुख हर नाम वडाई, गुर प्रसाद नानक मत पाई। श्लोक। पवन गुरु पानी पिता माता तत्मा दिव श्राद्ध दाई दाया, खेलै सगल जगत चंगियां बुराइयां वाचे धर्म दूर, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗੇਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ, ਬੋਲਣਾ ਜੀ ਸ਼੍ਰੀ ਵਾਹਿਗੁਰੂ, ਬੋਲਣਾ ਜੀ ਸ਼੍ਰੀ ਵਾਹਿਗੁਰੂ, ਸ਼੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀਓ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਸ਼ੁਕਰ ਹੈ ਆਪ ਜੀ ਦਾ, ਕੋਟਾਨ ਕੋਟ ਧੰਨਵਾਦ, ਲੱਖ ਲੱਖ ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਯਾਦ ਕੀਤਾ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪ ਜੀ ਨੇ ਯਾਦ ਕੀਤਾ, ਹਾਜ਼ਰੀਆਂ ਭਰੀਆਂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਬਿਠਾਇਆ ਬੈਠੇ, ਜਿਨ੍ਹਾਂ ਨੂੰ ਬੁਲਾਇਆ ਉਹ ਬੋਲੇ ਵੀ, ਜਿਨ੍ਹਾਂ ਨੂੰ ਸੁਣਾਇਆ ਉਹਨਾਂ ਨੇ ਸੁਣਿਆ। ਸੱਚੇ ਪਾਤਸ਼ਾਹ ਹਜ਼ੂਰੀ ਵਿੱਚ ਬੈਠਦੇ ਹਾਂ, ਉੱਠਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਸਿਮਰਨ ਕਰਦੇ ਹਾਂ, ਬੇਅੰਤ ਗਲਤੀਆਂ ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ। ਸੱਚੇ ਪਾਤਸ਼ਾਹ ਸਾਨੂੰ ਬਖਸ਼ੋ। ਅਣਜਾਣ ਬੱਚੇ ਕਲਯੁਗੀ ਜੀਵ ਕਿਰਕਿਨ ਪਲ ਪਲ ਭੁੱਲਣਹਾਰ। ਸੱਚੇ ਪਾਤਸ਼ਾਹ ਨਾ ਬਾਣੀ ਪੜ੍ਹਨੀ ਜਾਣਦੇ, ਨਾ ਪਾਠ ਕਰਨਾ ਆਉਂਦਾ, ਨਾ ਸਿਮਰਨ ਕਰਨਾ ਆਉਂਦਾ। ਸੱਚੇ ਪਾਤਸ਼ਾਹ ਨਾ ਵਿਚਾਰ ਕਰਨੀ ਆਉਂਦੀ। ਜਿਸ ਤਰ੍ਹਾਂ ਦੀ ਵੀ ਮਾਤਾ ਆਪ ਜੀ ਨੇ ਬਖਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਵਿਚਾਰ ਹੋਈ ਹੈ, ਭੁੱਲਾਂ ਬਖਸ਼ੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਸਭ ਦੇ ਉੱਪਰ ਕਿਰਪਾ ਕਰੋ। ਬੜੀ ਸੋਹਣੀ ਬਾਣੀ ਦਰ ਤੇ ਪ੍ਰਵਾਨ ਕਰੋ, ਭਾਵ ਬੱਚਿਆਂ ਦੇ ਹਿਰਦੇ ਵਿੱਚ ਵਸਾਓ, ਸਭ ਨੂੰ ਜੋੜੋ ਸੱਚੇ ਪਾਤਸ਼ਾਹ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ, ਵੱਧ ਤੋਂ ਵੱਧ ਨਾਮ ਜਪਾਓ, ਸੇਵਾ ਲਓ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੇ ਛਲ ਤੋਂ ਬਚਾ ਕੇ ਰੱਖੋ, ਵਿਕਾਰਾਂ ਤੋਂ ਬਚਾ ਕੇ ਰੱਖੋ। ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ, ਇਹ ਪੀਤਰ ਤੇ ਇनको डारो, आपन निकट बुलाओ, अपनी विदाप जनावो, हर जन मंगल गाओ, बिसर नाई कबू ही ते ए विद मन में पाओ, नानक के प्रभ तुम ही दाते। बख्श लो सच्चे पातशाह, बख्श लो सच्चे पातशाह जी, बख्श लो। संत संग लै मोए उधरो,
ਸਭ ਦੇ ਉੱਪਰ ਕਿਰਪਾ, ਸਭ ਦੇ ਉੱਪਰ ਬਖਸ਼ਿਸ਼, ਸਭ ਦੇ ਉੱਪਰ ਰਹਿਮਤ ਕਰੋ। ਸਾਰਿਆਂ ਨੂੰ ਨਾਮ ਨਾਲ ਜੋੜੋ, ਚਾਓ ਬਖਸ਼ੋ, ਆਨੰਦ ਬਖਸ਼ੋ, ਸਹਿਜ ਬਖਸ਼ੋ, ਖੇੜਾ ਬਖਸ਼ੋ, ਸਤ ਬਖਸ਼ੋ, ਸੰਤੋਖ ਬਖਸ਼ੋ ਸੱਚੇ ਪਾਤਸ਼ਾਹ। ਦੇਵੀ ਗੁਣ ਬਖਸ਼ੋ, ਇਹ ਦਰਗਾਹੀ ਦਾਤਾਂ ਬਖਸ਼ੋ ਸੱਚੇ ਪਾਤਸ਼ਾਹ। ਵਿਕਾਰਾਂ ਤੋਂ ਆਪ ਜੀ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਹਨਾਂ ਤੋਂ ਬਚਾਓ ਸੱਚੇ ਪਾਤਸ਼ਾਹ। ਨਿੰਦਾ ਚੁਗਲੀ ਵਕੀਲੀ ਸੱਚੇ ਪਾਤਸ਼ਾਹ, ਚੋਰੀ ਯਾਰੀ, ਇਹ ਸਭ ਚੀਜ਼ਾਂ ਤੋਂ ਬਚਾਓ ਸੱਚੇ ਪਾਤਸ਼ਾਹ। ਕਿਰਪਾ ਕਰਨੀ, ਆਪਣੇ ਬਣਾ ਕੇ ਰੱਖੋ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਵੀ ਹੈ ਸਾਡਾ ਭਾਰ ਉਤਾਰਾ ਆਪ ਜੀ ਨੇ ਕਰਨਾ ਸੱਚੇ ਪਾਤਸ਼ਾਹ। ਸਾਨੂੰ ਬੁਲਾਉਂਦੇ ਰਹੋ, ਸਾਨੂੰ ਜੋੜਦੇ ਰਹੋ, ਸਾਨੂੰ ਬਿਠਾਉਂਦੇ ਰਹੋ, ਸਾਨੂੰ ਬਾਣੀ ਸੁਣਾਉਂਦੇ ਰਹੋ ਸੱਚੇ ਪਾਤਸ਼ਾਹ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ